ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਮਰਮਰੀ ਬਾਵਾ। ਆਓ ਉਸ ਦਾ ਅਗਲਾ ਤੇ ਅਖੀਰਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਲਿਖਤ ਦੇ ਪਿਛਲੇ ਹਿੱਸੇ ਵਿੱਚ ਅਸੀਂ ਪੜ੍ਹਿਆ ਕਿ ਇੱਕ ਔਰਤ ਮਰਮਰੀ ਬਾਵੇ ਨੂੰ ਕਹਿੰਦੀ ਹੈ, ਮੈਨੂੰ ਆਪਣਾ ਸਿਰ ਆਪਣੇ ਚਰਨਾਂ ਤੇ ਟਿਕਾਣ ਦਿਓ। ਮਰਮਰੀ ਬਾਵੇ ਨੇ ਕਿਹਾ, ਮੈਂ ਤੁਹਾਨੂੰ ਸ਼ਬਦ ਵੀ ਦਿੰਦਾ ਹਾਂ ਕਿਸ ਦਾ ਜਾਪ ਕਰਨਾ ਹੈ, ਮੈਂ ਤੈਨੂੰ ਮਾਨਸਿਕ ਚੈਨ ਤੇ ਜੋ ਵੀ ਤੂੰ ਚਾਹੇ ਦਿੰਦਾ ਹਾਂ, ਪਰ ਤੇਰਾ ਸਿਰ ਕਦੇ ਵੀ ਮੇਰੇ ਕਦਮ ਨਹੀਂ ਛੂਹੇਗਾ। ਆਓ ਉਸ ਤੋਂ ਅੱਗੇ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਤੀਸਰਾ, ਅਗਲੇ ਦਿਨ ਮਰਮਰੀ ਬਾਵਾ ਜਾ ਚੁੱਕਾ ਸੀ। ਉਹ ਜਿਵੇਂ ਛਿਪਨ ਹੋ ਗਿਆ ਹੋਵੇ। ਉਸ ਦੀ ਹਾਜ਼ਰੀ ਦੀ ਖੁਸ਼ੀ, ਉਸ ਦੇ ਵਿਖਿਆਨਾਂ ਦੀ ਸ਼ਾਂਤੀ ਖਤਮ ਹੋ ਗਈ ਸੀ। ਸਾਰੇ ਹੀ ਉਦਾਸ ਸਨ। ਅੰਮ੍ਰਿਤਸਰ ਦੇ ਸ਼ਰਧਾਲੂਆਂ ਦੇ ਸ਼ਾਮ ਦੇ ਰੁਝੇਵੇਂ ਅਚਾਨਕ ਹੀ ਖਤਮ ਹੋ ਗਏ ਸਨ। ਸ਼ਹਿਰ ਵਿੱਚ ਉਸੇ ਤਰ੍ਹਾਂ ਹੀ ਚਹਿਲ ਪਹਿਲ ਸੀ। ਮਰਮਰੀ ਬਾਵੇ ਦੇ ਜਾਣ ਨਾਲ ਜਿਵੇਂ ਕਿਸੇ ਨੂੰ ਕੋਈ ਘਾਟਾ ਨਾ ਪਿਆ ਹੋਵੇ। ਅਸਲ ਵਿੱਚ ਅੰਮ੍ਰਿਤਸਰ ਵਿਖੇ ਇਸ ਤਰ੍ਹਾਂ ਸੈਂਕੜੇ ਮਹਾਤਮਾ ਆਏ ਅਤੇ ਚਲੇ ਗਏ ਸਨ। ਅੰਮ੍ਰਿਤਸਰ ਦਾ ਰੰਗ ਬਿਰੰਗਾ ਜੀਵਨ ਆਪਣੀ ਤੋਰੇ ਤੁਰਦਾ ਰਿਹਾ ਸੀ। ਜੇ ਮਹਾਤਮਾ ਅੰਮ੍ਰਿਤਸਰ ਤੇ ਆਰਜ਼ੀ ਰੰਗਾਂ ਦੀ ਸਦੀਵਤਾ ਵਿੱਚ ਵਿਸ਼ਵਾਸ ਨਹੀਂ ਸਨ ਰੱਖਦੇ, ਤਾਂ ਲੋਕ ਵੀ ਉਹਨਾਂ ਦੀਆਂ ਮੌਸਮੀ ਆਵਾਜ਼ਾਂ ਵਿੱਚ ਵਿਸ਼ਵਾਸ ਨਹੀਂ ਸਨ ਕਰਦੇ। ਇਹਨਾਂ ਦਰਮਿਆਨ ਦੋਸਤੀ ਥੋੜ੍ਹ ਚਿਰ ਹੀ ਹੁੰਦੀ। ਇਸ ਤਰ੍ਹਾਂ ਹਜ਼ਾਰਾਂ ਮਿਲਣੀਆਂ ਅਤੇ ਹਜ਼ਾਰਾਂ ਵਿਛੋੜੇ ਹੁੰਦੇ ਸਨ। ਕੁਝ ਦਿਨਾਂ ਬਾਅਦ ਹੀ ਥੋੜ੍ਹੀ ਜਿਹੀ ਹਲਚਲ ਫਿਰ ਹੋਈ, ਪਰ ਛੇਤੀ ਸਥਿਤੀ ਪਹਿਲਾਂ ਦੀ ਤਰ੍ਹਾਂ ਸ਼ਾਂਤ ਹੋ ਗਈ। ਇਹ ਉਸ ਸਮੇਂ ਹੋਇਆ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕਿਸੇ ਲਾਲਾ ਜੀ ਦੀ ਵਿਧਵਾ ਮਰਮਰੀ ਬਾਵੇ ਨਾਲ ਉਦਲ ਗਈ ਸੀ ਅਤੇ ਉਹ ਘਰ ਦਾ ਗਹਿਣਾ ਗੱਟਾ ਵੀ ਨਾਲ ਲੈ ਗਈ ਸੀ। ਬੜੀ ਭਾਲ ਉਪਰੰਤ ਵੀ ਉਹਨਾਂ ਦੋਹਾਂ ਵਿੱਚੋਂ ਕਿਸੇ ਦਾ ਖੁਰਾ ਖੋਜ ਨਹੀਂ ਸੀ ਮਿਲਿਆ। ਸਾਰੇ ਸ਼ਹਿਰ ਵਿੱਚ ਇਹ ਅਫਵਾਹ ਫੈਲ ਗਈ ਸੀ ਅਤੇ ਹਰ ਕੋਈ ਇੱਕ ਦੂਸਰੇ ਨੂੰ ਕਹਿੰਦਾ ਕਿ ਮੈਂ ਤੈਨੂੰ ਦੱਸਿਆ ਨਹੀਂ ਸੀ। ਕੀ ਮਰਮਰੀ ਬਾਵੇ ਬਾਰੇ ਮੇਰਾ ਕਿਆਸ ਠੀਕ ਨਹੀਂ ਸੀ? ਕੀ ਮੇਰੀ ਸ਼ੱਕ ਠੀਕ ਨਹੀਂ ਸੀ ਕਿ ਉਹ ਸ਼ਹਿਰ ਦੀ ਕਿਸੇ ਵੇਸਵਾ ਨੂੰ ਉਧਾਲ ਲਵੇਗਾ? ਗੱਲ ਇਹ ਦੋਵੇਂ ਹੀ ਠੀਕ ਸਨ। ਮਰਮਰੀ ਬਾਵਾ ਚਲਾ ਗਿਆ ਸੀ ਅਤੇ ਲਾਲਾ ਜੀ ਦੀ ਜਵਾਨ ਵਿਧਵਾ ਪਾਰਬਤੀ ਵੀ ਘਰੋਂ ਗਾਇਬ ਸੀ। ਇਹ ਦੋਵੇਂ ਘਟਨਾਵਾਂ ਇੰਨੇ ਥੋੜ੍ਹੇ ਅਰਸੇ ਦੇ ਵਕਫੇ ਨਾਲ ਵਾਪਰੀਆਂ ਸਨ ਕਿ ਕਿਸੇ ਨੇ ਧਿਆਨ ਹੀ ਨਹੀਂ ਸੀ ਦਿੱਤਾ ਕਿ ਇਹ ਇਕੱਠੀਆਂ ਹੀ ਵਾਪਰੀਆਂ ਸਨ ਜਾਂ ਇੱਕ ਦੂਸਰੀ ਦੇ ਬਾਅਦ। ਚੌਥਾ, ਜਦੋਂ ਪਾਰਬਤੀ ਮਰਮਰੀ ਬਾਵੇ ਨੂੰ ਉਸ ਹੋਣੀਹਾਰ ਸ਼ਾਮ ਹਰਿਮੰਦਰ ਸਾਹਿਬ ਵਿਖੇ ਮਿਲੀ ਸੀ ਤਾਂ ਉਹ ਸਿਰਫ 18 ਸਾਲਾਂ ਦੀ ਸੀ। ਉਹ ਉਸ ਤੋਂ ਰਤਾ ਵੀ ਦੂਰ ਨਾ ਹੁੰਦੀ। ਉਹ ਜਿੱਥੇ ਕਿਤੇ ਵੀ ਜਾਂਦਾ ਉਸ ਦੇ ਮਗਰ ਜਾਂਦੀ। ਹਰ ਪੜਾਅ ਤੇ ਅਰਜ਼ੋਈ ਕਰਦੀ, ਬਸ ਮੈਨੂੰ ਇੱਕ ਵਾਰੀ ਮੱਥਾ ਆਪਣੇ ਕਦਮਾਂ ਨਾਲ ਛੁਹਾ ਲੈਣ ਦਿਓ, ਮੈਂ ਹੋਰ ਕੁਝ ਨਹੀਂ ਲੋਚਦੀ। ਜਦੋਂ ਮਰਮਰੀ ਬਾਵੇ ਨੇ ਉਸ ਨੂੰ ਕਿਸੇ ਸੁਭਾਗੀ ਘੜੀ ਆ ਕੇ ਉਸ ਦੇ ਕਦਮ ਛੂਹਣ ਲਈ ਕਿਹਾ ਤਾਂ ਉਸ ਨੂੰ ਆਪਣੇ ਆਪ ਨੂੰ ਵੀ ਵਿਸ਼ਵਾਸ ਨਾ ਹੋਣ ਦੇ ਬਾਵਜੂਦ ਉਸ ਦੇ ਅੰਦਰ ਦੀ ਔਰਤ ਨੇ ਵਿਸ਼ਵਾਸ ਕਰ ਲਿਆ। ਜਦੋਂ ਉਹ ਨਿਸ਼ਚਿਤ ਸਮੇਂ ਤੇ ਵਾਪਸ ਪਰਤੀ ਤਾਂ ਮਰਮਰੀ ਬਾਵਾ ਜਾ ਚੁੱਕਾ ਸੀ। ਉਹ ਚੁੱਪਚਾਪ ਘਰ ਚਲੀ ਗਈ। ਆਪਣੀ ਚੁੰਨੀ ਵਿੱਚ ਸਾਰੇ ਗਹਿਣੇ ਇਕੱਠੇ ਕਰਕੇ ਇੱਕ ਪੋਟਲੀ ਬੰਨ੍ਹ ਲਈ ਅਤੇ ਸਦਾ ਲਈ ਅੰਮ੍ਰਿਤਸਰ ਛੱਡ ਗਈ। ਉਸ ਨੂੰ ਨਹੀਂ ਸੀ ਪਤਾ ਕਿ ਉਹ ਕਿੱਥੇ ਗਿਆ ਸੀ। ਉਹ ਪਾਗਲਾਂ ਵਾਂਗ ਉਸ ਪਾਸੇ ਹੀ ਤੁਰ ਪਈ ਜਿੱਧਰ ਨੂੰ ਸੜਕ ਜਾਂਦੀ ਸੀ। ਉਸ ਨੂੰ ਨਹੀਂ ਸੀ ਪਤਾ ਕਿ ਉਹ ਕਿੱਥੋਂ ਆਈ ਸੀ ਅਤੇ ਉਸ ਕਿੱਥੇ ਜਾਣਾ ਸੀ। ਮਰਮਰੀ ਬਾਵੇ ਦੇ ਜਿਸ ਪਾਸੇ ਜਾਣ ਬਾਰੇ ਉਸ ਨੂੰ ਅਫਵਾਹ ਸੁਣਦੀ, ਉਹ ਉਧਰ ਹੀ ਤੁਰ ਪੈਂਦੀ। ਕਈ ਸਾਲ ਬੀਤ ਗਏ ਪਰ ਉਸ ਦੀ ਨਜ਼ਰ ਉਸ ਤੇ ਦੁਬਾਰਾ ਨਹੀਂ ਸੀ ਪਈ। ਧਰਤੀ ਅਤੇ ਆਕਾਸ਼ ਉਸ ਲਈ ਸੁੰਨੇ ਸਨ। ਉਸ ਦੀਆਂ ਅੱਖਾਂ ਮੁੜ-ਮੁੜ ਕੁਝ ਲੱਭਦੀਆਂ, ਥਾਂ-ਥਾਂ ਫਿਰਦੀਆਂ। ਅਖੀਰ ਜਦੋਂ 30 ਸਾਲ ਦੀ ਸੀ, ਉਸ ਦੇ ਸਾਰੇ ਗਹਿਣੇ ਖਤਮ ਹੋ ਗਏ। ਉਸ ਦਾ ਰੂਪ, ਉਸ ਦੀ ਜਵਾਨੀ ਖੁਰ ਗਏ ਅਤੇ ਉਹ ਬਿਲਕੁਲ ਹੰਭ ਚੁੱਕੀ ਸੀ। ਬਿਲਕੁਲ ਇਕੱਲੀ ਅਤੇ ਸੁੱਕ ਕੇ ਤੀਲਾ ਹੋਈ। ਨੰਗੇ ਪੈਰ, ਪਾਟੇ ਕੱਪੜੇ ਘੁੰਮਦੀ ਘੁਮਾਉਂਦੀ
ਉਹ ਕੁੰਭ ਦੇ ਮੇਲੇ ਪੁੱਜ ਗਈ। ਅਚਾਨਕ ਉਹ ਦੁਬਾਰਾ ਮਿਲ ਪਿਆ। 12 ਸਾਲਾਂ ਬਾਅਦ ਉਸਨੇ ਉਸਨੂੰ ਦੁਬਾਰਾ ਦੇਖਿਆ ਸੀ। ਉਹ ਫਿਰ ਉਸਦੇ ਕੋਲ ਬੈਠੀ ਸੀ, ਜਿਵੇਂ ਸਾਕਾਰ ਅਰਦਾਸ ਦੀ ਮੂਰਤੀ ਹੋਵੇ। ਇੱਕ ਵਾਰੀ ਮੈਨੂੰ ਮਸਤਕ ਆਪਣੇ ਕਦਮਾਂ ਤੇ ਰੱਖ ਲੈਣ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਉਸ ਕੁਝ ਨਹੀਂ ਕਿਹਾ। ਉਹ ਲੰਮੇ ਹੋ ਕੇ ਭਰ ਰਹੀ ਸੀ। ਉਸ ਦੀਆਂ ਭਖਦੀਆਂ ਅੱਖਾਂ ਉਸ ਤੇ ਗੱਡੀਆਂ ਹੋਈਆਂ ਸਨ, ਪਰ ਉਹ ਬਿਲਕੁਲ ਚੁੱਪ ਸੀ। ਉਸਨੇ ਉਸਨੂੰ ਜਿਵੇਂ ਮੁੜ ਗਵਾਉਣ ਲਈ ਹੀ ਪਾਇਆ ਸੀ। ਮਰਮਰੀ ਬਾਵਾ ਉਸਨੂੰ ਫਿਰ ਝਕਾਨੀ ਦੇ ਗਿਆ ਸੀ। ਉਹ ਉਸਨੂੰ ਫਿਰ ਛੱਡ ਕੇ ਚਲਾ ਗਿਆ। ਤੇਰਾ ਮਸਤਕ ਕਦੇ ਵੀ ਮੇਰੇ ਕਦਮ ਨਹੀਂ ਛੋਏਗਾ। 5 ਸਾਲਾਂ ਦੀ ਹੋਰ ਭਾਲ ਮਗਰੋਂ ਉਸਨੇ ਉਸਨੂੰ ਇੱਕ ਸੰਤਾਂ ਦੇ ਇਕੱਠ ਵਿੱਚ ਬੈਠਿਆਂ ਜਾ ਲੱਭਿਆ। ਸਾਰੇ ਭਾਰਤ ਦੇ ਸੰਤ ਬਨਾਰਸ ਵਿੱਚ ਇਕੱਠੇ ਹੋਏ ਸਨ। ਉਹਨਾਂ ਦੇ ਰੰਗ ਬਿਰੰਗੇ ਚੋਲੇ ਸਨ, ਪੀਲੇ ਤੇ ਸੰਗਤਰੀ। ਕਿਸੇ ਨੇ ਵਿਭੂਤੀ ਮਲੀ ਹੋਈ ਸੀ, ਕਿਸੇ ਨੇ ਚੰਦਨ ਦਾ ਟਿੱਕਾ ਲਾਇਆ ਸੀ ਅਤੇ ਕਿਸੇ ਨੇ ਸੰਦਲ ਮਲਿਆ ਹੋਇਆ ਸੀ। ਕਈਆਂ ਤਰ੍ਹਾਂ ਦੀ ਤਿਲਕਧਾਰੀ ਮੁੰਦਰਾਂ ਵਾਲੇ ਜੋਗੀ ਅਤੇ ਵਿਦਵਾਨ ਇਕੱਠੇ ਹੋਏ ਸਨ। ਉਹਨਾਂ ਵਿੱਚੋਂ ਕੁਝ ਪੰਡਤ ਤੇ ਕੁਝ ਭਿਕਸ਼ੂ ਸਨ। ਭਾਰਤ ਦੇ ਵੱਖ-ਵੱਖ ਮਤਾਂ, ਧਰਮਾਂ ਤੇ ਸੰਪਰਦਾਵਾਂ ਦੇ ਨੁਮਾਇੰਦਿਆਂ ਦਾ ਇਹ ਇੱਕ ਹੈਰਾਨਕੁਨ ਇਕੱਠ ਸੀ ਅਤੇ ਮਰਮਰੀ ਬਾਵਾ ਉਹਨਾਂ ਦੇ ਵਿਚਾਲੇ ਬੈਠਾ ਸੀ। ਪਾਰਬਤੀ ਜਿਵੇਂ ਕਰੰਗ ਬਣੀ ਪਈ ਸੀ। ਉਹ ਮਿੱਟੀ ਘੱਟੇ ਨਾਲ ਅਟੀ ਸੀ ਅਤੇ ਉਸਦੇ ਕੱਪੜੇ ਚੀਥੜੇ ਹੋਏ ਪਏ ਸਨ। ਉਹ ਇਸ ਇਕੱਠ ਤੇ ਜਿਵੇਂ ਵਰੀ ਪਈ, ਜਿਵੇਂ ਅਚਾਨਕ ਬਾਜ ਪੈ ਗਏ ਹੋਣ। ਉਹ ਨਿਚਕ ਦਾਖਲ ਹੋਈ ਅਤੇ ਇਸ ਮਹਾਨ ਇਕੱਠ ਦੇ ਸਾਹਮਣੇ ਖੜੀ ਬਿਰਹਾਂ ਦੀ ਮੂਰਤੀ ਬਣੀ ਆਪਣੀ ਹਿੱਕ ਪਿੱਟਣ ਲੱਗ ਪਈ। ਉਸ ਦੇ ਧੁਰ ਅੰਦਰੋਂ ਕੰਨ ਪਾੜਵੀਂ ਚੀਖ ਨਿਕਲੀ। ਇਸ ਇਕੱਠ ਦੀ ਸਾਰੀ ਕਾਰਵਾਈ ਰੁਕ ਗਈ ਅਤੇ ਸਾਰਿਆਂ ਦਾ ਧਿਆਨ ਇਸ ਦੁਖਿਆਰੀ ਵੱਲ ਖਿੱਚਿਆ ਗਿਆ। ਉਹ ਮਰਮਰੀ ਬਾਵੇ ਵੱਲ ਹੱਥ ਕਰਕੇ ਕਹਿਣ ਲੱਗੀ, ਮੈਂ ਇਸ ਨੂੰ ਲੱਭਦੀ ਰਹੀ ਹਾਂ। ਪਿਛਲੇ 17 ਸਾਲਾਂ ਤੋਂ ਕਦੇ ਲੱਭ ਲੈਂਦੀ ਸਾਂ ਤੇ ਕਦੇ ਗੁਆ ਲੈਂਦੀ ਸਾਂ। ਮੈਂ ਅੰਮ੍ਰਿਤਸਰੋਂ ਤੁਰੀ ਸਾਂ, ਉਦੋਂ ਮੈਂ 18 ਵਰ੍ਹਿਆਂ ਦੀ ਸੀ। ਮੈਂ ਹੁਣ ਥੱਕ ਟੁੱਟ ਚੁੱਕੀ ਹਾਂ। ਮੇਰੀ ਇਸ ਨੂੰ ਇੱਕ ਹੀ ਇਲਤਜਾ ਰਹੀ ਹੈ, ਮੈਨੂੰ ਆਪਣੇ ਕਦਮਾਂ ਤੇ ਆਪਣਾ ਸਿਰ ਰੱਖ ਲੈਣ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇਸਨੇ ਮੇਰੀ ਇਹ ਛੋਟੀ ਜਿਹੀ ਬੇਨਤੀ ਪ੍ਰਵਾਨ ਨਹੀਂ ਕੀਤੀ। ਹੁਣ ਮੈਂ ਇਸ ਸੰਤਾਂ ਦੇ ਮਹਾਨ ਇਕੱਠ ਨੂੰ ਬੇਨਤੀ ਕਰਦੀ ਹਾਂ ਕਿ ਇਹ ਮੈਨੂੰ ਆਪਣੇ ਕਦਮਾਂ ਤੇ ਆਪਣਾ ਸਿਰ ਰੱਖ ਲੈਣ ਦੇਣ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਜੇ ਇਹ ਚਾਹਣ ਤਾਂ ਮੈਂ ਮੁੜ ਇਹਨਾਂ ਨੂੰ ਮਿਲਣ ਦਾ ਯਤਨ ਹੀ ਨਹੀਂ ਕਰਾਂਗੀ। ਮੈਂ ਇਸ ਇਕੱਠ ਸਾਹਮਣੇ ਸਹੁੰ ਖਾਂਦੀ ਹਾਂ, ਮੈਂ ਸਾਰੇ ਲੋਕਾਂ ਦੇ ਸਾਹਮਣੇ ਇਹਨਾਂ ਤੋਂ ਸਿਰਫ ਇਹੀ ਮੰਗ ਕਰਦੀ ਹਾਂ ਕਿ ਸਿਰਫ ਇੱਕ ਵਾਰੀ ਮੈਨੂੰ ਆਪਣੇ ਕਦਮਾਂ ਤੇ ਸਿਰ ਟਿਕਾ ਲੈਣ ਦੇ। ਜਦੋਂ ਪਾਰਬਤੀ ਨੇ ਸਾਰੀ ਕਹਾਣੀ ਦੱਸੀ ਤਾਂ ਸਾਰੇ ਮਤਾਂਤਰਾਂ ਦੇ ਸਾਧੂਆਂ ਨੇ ਇੱਕੋ ਆਵਾਜ਼ ਵਿੱਚ ਫੈਸਲਾ ਦਿੱਤਾ ਕਿ ਉਹ ਮਰਮਰੀ ਬਾਵੇ ਨੂੰ ਆਪਣੀ ਸਹੁੰ ਤੋੜਨ ਦੇ ਪਾਪ ਤੋਂ ਮੁਕਤ ਕਰ ਦੇਣਗੇ ਅਤੇ ਸਾਰਿਆਂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਉਸ ਔਰਤ ਨੂੰ ਆਪਣੇ ਕਦਮਾਂ ਤੇ ਸਿਰ ਟਿਕਾ ਲੈਣ ਦੇਵੇ, ਜਿਵੇਂ ਕਿ ਉਸ ਉਹਨਾਂ ਦੀ ਹਾਜ਼ਰੀ ਵਿੱਚ ਇੱਛਾ ਪ੍ਰਗਟ ਕੀਤੀ ਹੈ। ਪਰ ਉਸ ਮਰਮਰੀ ਬਾਵੇ ਨੇ ਕਿਹਾ, ਹੋਰ ਕੁਝ ਵੀ ਹੋ ਸਕਦਾ ਹੈ, ਪਰ ਇਹ ਨਹੀਂ ਹੋ ਸਕਦਾ। ਇਹ ਮਹਾਨ ਸਭਾ ਮੈਨੂੰ ਹੋਰ ਕੁਝ ਵੀ ਕਰਨ ਲਈ ਹੁਕਮ ਦੇ ਸਕਦੀ ਹੈ। ਮੈਂ ਇਸ ਨੂੰ ਮੰਤਰ ਦੇ ਦਿੰਦਾ ਹਾਂ, ਮਨ ਦੀ ਸ਼ਾਂਤੀ ਦੇ ਸਕਦਾ ਹਾਂ, ਯੋਗ ਸਮਾਧੀ ਜਾਂ ਕਰਾਮਾਤਾਂ ਕਰਨ ਦੀ ਸ਼ਕਤੀ ਪ੍ਰਦਾਨ ਕਰ ਸਕਦਾ ਹਾਂ, ਪਰ ਮੇਰੀ ਔਰਤ ਤੋਂ ਦੂਰ ਰਹਿਣ ਦੀ ਕਸਮ ਕਾਇਮ ਰਹਿਣੀ ਚਾਹੀਦੀ ਹੈ। ਇਸ ਦਾ ਸਿਰ ਮੇਰੇ ਕਦਮ ਕਦੇ ਨਹੀਂ ਛੋਏਗਾ। ਮਰਮਰੀ ਬਾਵੇ ਦੀ ਇਸ ਬੇਹੂਦਾ ਜ਼ਿੱਦ ਤੇ ਸਾਰੇ ਸਾਧੂ ਗੁੱਸੇ ਵਿੱਚ ਆ ਗਏ। ਕੀ ਇਸ ਆਦਮੀ ਦੀ ਪੱਥਰ ਦੀ ਦੇਹ ਵਿੱਚ ਦਿਲ ਵੀ ਹੈ? ਉਹਨਾਂ ਸਾਰਿਆਂ ਇੱਕ ਆਵਾਜ਼ ਵਿੱਚ ਕਿਹਾ, ਦੇਖੋ ਬਾਬਾ ਜੀ, ਇਹ ਤੁਹਾਡੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੈ। ਇਹ ਤੁਹਾਡੇ ਸੰਚਿਤ ਕਰਮਾਂ ਦਾ ਨਤੀਜਾ ਹੈ ਅਤੇ ਤੁਸੀਂ ਇਸ ਤੋਂ ਬਚ ਨਹੀਂ ਸਕਦੇ। ਇਸ ਦਾ ਸਿਰ ਤੁਹਾਡੇ ਕਦਮਾਂ ਨੂੰ ਛੂਹਣਾ ਹੀ ਲਿਖਿਆ ਹੈ। ਇਹ ਟਾਲਿਆ ਨਹੀਂ ਜਾ ਸਕਦਾ। ਇਹ ਹੋ ਕੇ ਰਹੇਗਾ। ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਨੂੰ ਟਾਲਣਾ ਤੁਹਾਡੀ ਸਮਰੱਥਾ ਵਿੱਚ ਹੀ ਨਹੀਂ। ਚੰਗਾ ਇਹੀ ਹੈ ਕਿ ਸਾਰਿਆਂ ਦੇ ਇਕੱਠ ਦੇ ਸਾਹਮਣੇ ਹੀ ਇਸ ਨੂੰ ਆਪਣੇ ਕਦਮਾਂ ਤੇ ਸਿਰ ਟਿਕਾ ਲੈਣ ਦਿਓ
ਅਤੇ ਇਹ ਸਭਾ ਤੁਹਾਨੂੰ ਕਸਮ ਤੋੜਨ ਦੇ ਪਾਪ ਤੋਂ ਇੱਕ ਵਾਰ ਫਿਰ ਮੁਕਤ ਕਰਦੀ ਹੈ। ਇਸ ਤੇ ਮਰਮਰੀ ਬਾਵਾ ਉੱਠ ਖੜਾ ਹੋਇਆ ਤੇ ਕਹਿਣ ਲੱਗਾ, ਇਹ ਮਹਾਨ ਸਭਾ ਇਹ ਕਹਿੰਦੀ ਹੈ ਕਿ ਇਹ ਮੇਰੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੈ ਅਤੇ ਇਹ ਹੋ ਕੇ ਹੀ ਰਹੇਗਾ। ਜੋ ਇੰਨਾ ਅਟਲ ਹੈ ਉਹ ਹੋ ਕੇ ਹੀ ਰਹਿਣਾ ਹੈ, ਪਰ ਜਿੱਥੋਂ ਤੱਕ ਮੇਰੇ ਲਈ ਸੰਭਵ ਹੈ ਮੈਂ ਅਜਿਹਾ ਹੋਣ ਨਹੀਂ ਦਿਆਂਗਾ। ਤੇ ਫਿਰ ਵੀ ਜੇ ਇਹ ਵਾਪਰਨਾ ਹੀ ਹੈ ਤਾਂ ਵਾਪਰ ਜਾਵੇ। ਬਿਲਕੁਲ ਠੀਕ, ਤੁਸੀਂ ਇਸ ਨੂੰ ਟਾਲਣ ਦਾ ਕਿੰਨਾ ਵੀ ਯਤਨ ਕਰ ਲਓ ਪਰ ਅਜਿਹਾ ਹੋ ਕੇ ਹੀ ਰਹੇਗਾ, ਇਹ ਧੁਰੋਂ ਲਿਖਿਆ ਹੈ। ਬਹੁਤ ਅੱਛਾ, ਫਿਰ ਮੈਨੂੰ ਪਹਿਲਾਂ ਟਾਲਣ ਦਾ ਯਤਨ ਹੀ ਕਰ ਲੈਣ ਦਿਓ, ਮਰਮਰੀ ਬਾਵੇ ਨੇ ਕਿਹਾ। ਇਹ ਕਹਿੰਦਿਆਂ ਹੀ ਮਰਮਰੀ ਬਾਵਾ ਉੱਥੋਂ ਦੌੜ ਪਿਆ ਅਤੇ ਉਸਦੇ ਮਗਰ ਹੀ ਦੁੱਖ ਦਰਦ ਨਾਲ ਭੰਨੀ ਤੇ ਪਾਗਲ ਹੋਈ ਪਾਰਬਤੀ ਦੌੜ ਪਈ। ਮਰਮਰੀ ਬਾਵੇ ਨੇ ਗੰਗਾ ਵਿੱਚ ਜਾ ਛਾਲ ਮਾਰੀ ਅਤੇ ਉਸਦੇ ਪਿੱਛੇ ਹੀ ਪਾਰਬਤੀ ਵੀ ਪਾਣੀ ਵਿੱਚ ਕੁੱਦ ਗਈ। ਜਦੋਂ ਇਹਨਾਂ ਭਾਰੀ ਭਰਕਮ ਸੰਤਾਂ ਦਾ ਗਿਰੋਹ ਕੁਝ ਸਮੇਂ ਬਾਅਦ ਉੱਥੇ ਪੁੱਜਾ ਤਾਂ ਉਹਨਾਂ ਸਿਰਫ 2 ਛੱਲਾਂ ਉੱਠਦੀਆਂ ਦੇਖੀਆਂ। ਉਹਨਾਂ ਦੋਹਾਂ ਨੂੰ ਗੰਗਾ ਨੇ ਆਪਣੀਆਂ ਲਹਿਰਾਂ ਵਿੱਚ ਸਮੇਟ ਲਿਆ ਸੀ। ਚੌਥਾ, ਉਹਨਾਂ ਸੰਤਾਂ ਨੇ ਸਿਰਤੋੜ ਯਤਨ ਕਰਕੇ ਉਹਨਾਂ ਦੀ ਭਾਲ ਕੀਤੀ ਅਤੇ ਅੰਤ ਲਹਿੰਦੇ ਵੱਲ ਕੋਈ 2 ਮੀਲ ਦੇ ਫਾਸਲੇ ਤੇ ਉਹਨਾਂ ਦੀਆਂ ਲਾਸ਼ਾਂ ਮਿਲੀਆਂ। ਉਹਨਾਂ ਦੇਖਿਆ ਕਿ ਮਰਮਰੀ ਬਾਵਾ ਤੇ ਪਾਰਬਤੀ ਇੱਕ ਪਿਆਰੀ ਗਲਵਕੜੀ ਵਿੱਚ ਸਨ। ਉਸ ਪੱਥਰ ਦੇ ਬਾਵੇ ਦੇ ਠੰਡੇ ਬੁੱਲ ਅੰਮ੍ਰਿਤਸਰ ਦੀ ਮਿੱਟੀ ਦੀ ਔਰਤ ਦੇ ਤਪਦੇ ਬੁੱਲਾਂ ਨਾਲ ਜੁੜੇ ਹੋਏ ਸਨ। ਜਿਵੇਂ ਗੰਗਾ ਦੇ ਪਾਣੀਆਂ ਨੇ ਮਰਮਰੀ ਬਾਵੇ ਦੀ ਔਰਤ ਤੋਂ ਦੂਰ ਰਹਿਣ ਦੀ ਸਹੁੰ ਨੂੰ ਧੋ ਦਿੱਤਾ ਹੋਵੇ। ਉਹਨਾਂ ਦੀ ਮੌਤ ਵਿੱਚ ਪਾਈ ਮਿੱਠੀ ਗਲਵਕੜੀ ਸਦੀਵੀ ਬਣ ਗਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।